ਅਕਾਲ ਜੀ। ਚੜ੍ਹਦਾ ਪੰਜਾਬ YouTube ਚੈਨਲ ਲਈ ਕਰੰਸੀ ਨੋਟ ਨਾਮ ਦੇ ਲੜੀਵਾਰ ਦੀ 12ਵੀਂ ਕਹਾਣੀ ਪੇਸ਼ ਹੈ ਜੀ। ਕਹਾਣੀ ਦਾ ਸਿਰਲੇਖ ਹੈ ਚਮਤਕਾਰੀ ਸਿੱਕਾ। ਮੈਂ ਅਜੇ ਮਿਲਟਰੀ ਹਸਪਤਾਲ ਦੇ ਵਾਰਡ ਵਿੱਚ ਹੀ ਦਾਖਲ ਸੀ। 3 ਮਹੀਨੇ ਬਾਅਦ ਮੈਂ ਬਿਲਕੁਲ ਫਿੱਟ ਮਹਿਸੂਸ ਕਰ ਰਿਹਾ ਸੀ। RTGCO ਬਾਬਾ ਜੀ ਨੇ ਦੱਸਿਆ ਕਿ ਮੈਨੂੰ ਮੇਜਰ ਬਖਸ਼ੀ ਸਾਹਿਬ ਅਤੇ ਨਾਇਕ ਗੁਰਦੀਪ ਸਿੰਘ ਨੂੰ ਮਰਨੋਪਰੰਤ ਗਲੈਂਟਰੀ ਅਵਾਰਡ ਲਈ CO ਸਾਹਿਬ ਨੇ ਰਿਕਮੈਂਡ ਕੀਤਾ ਹੈ। ਵਾਰਡ ਇੰਚਾਰਜ ਕਹਿ ਰਿਹਾ ਸੀ ਕਿ ਹੁਣ ਮੈਨੂੰ ਟੈਂਪਰੇਰੀ ਮੈਡੀਕਲ ਕੈਟਾਗਰੀ ਕਰਕੇ 1 ਮਹੀਨੇ ਦੀ ਮੈਡੀਕਲ ਲੀਵ ਵੀ ਦਿੱਤੀ ਜਾਵੇਗੀ ਘਰ ਜਾਣ ਲਈ। ਚਲੋ ਕੁਝ ਦਿਨਾਂ ਦੀ ਹੀ ਗੱਲ ਹੈ। ਇਸ ਹਸਪਤਾਲ ਵਾਲੀ CST 'ਤੇ ਜਾ ਕੇ ਮੈਂ ਸਾਬਣ, ਤੇਲ, ਪੇਸਟ ਆਦਿ ਲੈ ਕੇ 100 ਰੁਪਏ ਦਾ ਹਲਦੀ ਵਾਲਾ ਨੋਟ ਕੰਟੀਨ ਵਾਲੇ ਨੂੰ ਦੇਣਾ ਚਾਹਿਆ ਤਾਂ ਉਸਨੇ ਮਨਾ ਕਰ ਦਿੱਤਾ ਕਿ ਅੱਜ ਕੱਲ੍ਹ ਕੈਸ਼ ਨਹੀਂ ਲੈਂਦੇ, ATM ਕਾਰਡ ਦਿਓ। ਮੈਂ ATM ਕਾਰਡ ਦੇ ਕੇ ਬਿੱਲ ਕਟਵਾ ਲਿਆ ਅਤੇ ਹਲਦੀ ਵਾਲਾ 100 ਰੁਪਏ ਦਾ ਨੋਟ ਆਪਣੀ ਜੇਬ ਵਿੱਚ ਰੱਖ ਲਿਆ। CST ਦੇ ਨਾਲ ਲੱਗਦੀ ਪੇਸ਼ੈਂਟ ਲਾਇਬ੍ਰੇਰੀ ਤੋਂ 2 ਕਿਤਾਬਾਂ ਲੈ ਲਈਆਂ ਪੜ੍ਹਨ ਲਈ। ਹਸਪਤਾਲ ਰਹਿੰਦੇ ਮੈਨੂੰ ਕਿਤਾਬਾਂ ਪੜ੍ਹਨ ਦੀ ਕਾਫੀ ਲਗਨ ਲੱਗ ਗਈ ਸੀ। ਬਾਹਰ ਬਰਾਂਡੇ ਵਿੱਚ ਰੱਖੇ ਬੈਂਚ 'ਤੇ ਬੈਠ ਕੇ ਕਿਤਾਬ ਪੜ੍ਹਨੀ ਸ਼ੁਰੂ ਕੀਤੀ। ਆਪਾਂ 100 ਰੁਪਏ ਦਾ ਨੋਟ ਵੀ ਹੁਣ ਇੱਕ ਕਹਾਣੀ ਸੁਣਾਂਗੇ। ਜਿਉਂ ਹੀ ਹਰਨਾਮ ਨੇ ਕਹਾਣੀ ਪੜ੍ਹਨੀ ਸ਼ੁਰੂ ਕੀਤੀ, ਉਸ ਦੇ ਨਾਲ ਵਾਲੇ ਬੈੱਡ ਵਾਲਾ ਨਾਇਕ ਕਸ਼ਮੀਰ ਸਿੰਘ ਵੀ ਕੋਲ ਆ ਕੇ ਬੈਠ ਗਿਆ ਅਤੇ ਕਹਿਣ ਲੱਗਾ, ਬਾਈ ਹਰਨਾਮ, ਤੂੰ ਹਰ ਰੋਜ਼ ਇਕੱਲਾ ਹੀ ਪੜ੍ਹਦਾ ਰਹਿਣਾ ਹੈ। ਅੱਜ ਮੈਨੂੰ ਵੀ ਸੁਣਾ ਦੇ, ਕਿਹੜੀ ਕਹਾਣੀ ਪੜ੍ਹਦਾ ਹੈ। ਹਰਨਾਮ, ਲੈ ਬਾਈ ਕਸ਼ਮੀਰੇ, ਸੁਣ ਫਿਰ। ਕਹਾਣੀ ਦਾ ਨਾਮ ਹੈ ਚਮਤਕਾਰੀ ਸਿੱਕਾ। ਚਮਤਕਾਰੀ ਸਿੱਕਾ। ਲਗਭਗ 4000 ਵਰ੍ਹੇ ਪਹਿਲਾਂ ਭਾਰਤ ਦੇ ਉੱਤਰ ਪੱਛਮ ਵਿੱਚ ਕਾਰਤਵੀਰ ਨਾਮ ਦੇ ਰਾਜੇ ਦਾ ਸਿੰਧੂ ਦੀਪ ਦੇ ਇਲਾਕੇ ਵਿੱਚ ਵਿਸ਼ਾਲ ਰਾਜ ਸੀ। ਉੱਤਰ ਪੱਛਮ ਵੱਲੋਂ ਯੂਰੇਸ਼ੀਅਨ ਧਾੜਵੀ ਹੌਲੀ ਹੌਲੀ ਅੱਗੇ ਵਧ ਰਹੇ ਸਨ। ਸਿੰਧੂ ਦੀਪ ਤੋਂ ਅਜੇ ਕਾਫੀ ਦੂਰ ਸਨ। ਕਾਰਤਵੀਰ ਨੇ ਆਪਣੇ ਗੁਆਂਢੀ ਰਾਜਿਆਂ ਨੂੰ ਸੁਨੇਹਾ ਭੇਜਿਆ ਕਿ ਆਪਾਂ ਮਿਲ ਕੇ ਲੜੀਏ ਤਾਂ ਯੂਰੇਸ਼ੀਅਨ ਧਾੜਵੀਆਂ ਦਾ ਮੁਕਾਬਲਾ ਕਰ ਸਕਦੇ ਹਾਂ, ਨਹੀਂ ਤਾਂ ਆਪਾਂ ਆਪਣਾ ਰਾਜ ਵੀ ਗਵਾ ਲਵਾਂਗੇ। ਸਾਰੇ ਗੁਆਂਢੀ ਰਾਜਿਆਂ ਨੇ ਕਾਰਤਵੀਰ ਰਾਜੇ ਦੀ ਗੱਲ ਮੰਨ ਲਈ ਅਤੇ ਸਾਰੇ ਦੇਸ਼ਾਂ ਦੀਆਂ ਫੌਜਾਂ ਨੂੰ ਇਕੱਠਾ ਕਰਕੇ ਯੁੱਧ ਅਭਿਆਸ ਸ਼ੁਰੂ ਕਰ ਦਿੱਤਾ। ਇਸ ਸੰਯੁਕਤ ਫੌਜ ਦਾ ਸੰਯੋਜਕ ਰਾਜਾ ਕਾਰਤਵੀਰ ਨੂੰ ਹੀ ਨਿਯੁਕਤ ਕੀਤਾ ਗਿਆ। ਧਾੜਵੀ ਅਰਬ ਮੁਲਕਾਂ ਵਿੱਚੋਂ ਦੀ ਲੁੱਟਮਾਰ ਕਰਦੇ ਅੱਗੇ ਵਧ ਰਹੇ ਸਨ। ਉਹਨਾਂ ਦਾ ਅਗਲਾ ਨਿਸ਼ਾਨਾ ਸਿੰਧੂ ਦੀਪ ਸੀ। ਯੁੱਧ ਦਾ ਦਿਨ ਆ ਗਿਆ। ਦੋਨੋਂ ਪਾਸਿਆਂ ਤੋਂ ਭਿਆਨਕ ਯੁੱਧ ਹੋਇਆ। ਕਾਫੀ ਮਾਰਕਾਟ ਤੋਂ ਬਾਅਦ ਧਾੜਵੀ ਸਿੰਧੂ ਦੀਪ ਵੱਲ ਅੱਗੇ ਵਧਣ ਲੱਗੇ, ਕਿਉਂਕਿ ਉਹਨਾਂ ਕੋਲ ਅਰਬਾਂ ਕੋਲੋਂ ਲੁੱਟੇ ਕਾਫੀ ਹਥਿਆਰ, ਗੋਲੀ ਸਿੱਕਾ ਅਤੇ ਗੁਲਾਮ ਲੜਾਕੇ ਸਿਪਾਹੀ ਸਨ। ਇੱਕ ਦਿਨ ਐਸਾ ਆਇਆ ਕਿ ਸਿੰਧੂ ਦੀਪ ਅਤੇ ਬਾਕੀ ਰਾਜਾਂ ਦੇ ਅੱਧ ਤੋਂ ਵੱਧ ਹਿੱਸੇ ਉੱਪਰ ਧਾੜਵੀਆਂ ਨੇ ਕਬਜ਼ਾ ਕਰ ਲਿਆ। ਕਾਰਤਵੀਰ ਸਿੰਧੂ ਦੀਪ ਅਤੇ ਸੰਯੁਕਤ ਫੌਜਾਂ ਦਾ ਕਾਫੀ ਨੁਕਸਾਨ ਹੋਇਆ। ਕਾਰਤਵੀਰ ਲਗਾਤਾਰ 6 ਮਹੀਨੇ ਦੀ ਲੜਾਈ ਪਿੱਛੋਂ ਥੱਕ ਗਿਆ ਅਤੇ ਲੜਾਈ ਦੀ ਕਮਾਨ ਆਪਣੇ ਸਹਾਇਕ ਸੈਨਾਪਤੀ ਨੂੰ ਦੇ ਕੇ ਆਪ ਕੁਝ ਸਮੇਂ ਲਈ ਰੂਪੋਸ਼ ਹੋ ਗਿਆ। ਰਾਤ ਨੂੰ ਆਪਣਾ ਘੋੜਾ ਲੈ ਕੇ ਘਣੇ ਜੰਗਲ ਵਿੱਚ ਇੱਕ ਪਾਣੀ ਦੇ ਚਸ਼ਮੇ ਕੋਲ ਇੱਕ ਗੁਫਾ ਵਿੱਚ ਥੋੜ੍ਹੀ ਦੇਰ ਸੁਸਤਾਉਣ ਲੱਗਾ। ਇੰਨੇ ਦਿਨਾਂ ਦੀ ਥਕਾਵਟ ਝੱਟ ਨੀਂਦ ਆ ਗਈ। ਸਵੇਰ ਵੇਲੇ ਅੱਖ ਖੁੱਲ੍ਹੀ, ਉੱਪਰ ਕੋਈ ਜਾਲਾ ਜਿਹਾ ਨਜ਼ਰ ਆਇਆ। ਤਲਵਾਰ ਨਾਲ ਜਾਲਾ ਹਟਾ ਦਿੱਤਾ। ਥੋੜ੍ਹੀ ਦੇਰ ਫਿਰ ਸੌਂ ਗਿਆ। ਫਿਰ ਅੱਖ ਖੁੱਲ੍ਹੀ, ਜਾਲਾ ਉਸੇ ਤਰ੍ਹਾਂ ਸੀ। ਫਿਰ ਹਟਾ ਦਿੱਤਾ ਅਤੇ ਉੱਠ ਕੇ ਬੈਠ ਗਿਆ। ਦੇਖਣ ਲੱਗਾ ਕਿ ਸਿਰਫ ਇੱਕ ਮੱਕੜੀ ਘੰਟੇ ਭਰ ਤੋਂ ਘੱਟ ਸਮੇਂ ਵਿੱਚ ਆਪਣਾ ਸਾਮਰਾਜ ਕਿਵੇਂ ਖੜਾ ਕਰ ਲੈਂਦੀ ਹੈ, ਅਤੇ ਮੈਂ ਇੱਕ ਸੈਨਿਕਾਂ ਦਾ ਮੁਖੀਆ ਹੋ ਕੇ ਡਰ ਕੇ ਇਸ ਗੁਫਾ ਵਿੱਚ ਛੁਪਾ ਬੈਠਾ ਹਾਂ। ਕੀ ਮੈਨੂੰ ਆਪਣੇ ਸਿੰਧੂ ਦੀਪ ਨੂੰ ਬਚਾਉਣ ਲਈ ਦੁਬਾਰਾ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਸੱਚਾਈ ਜਾਣਨ ਲਈ ਕਾਰਤਵੀਰ ਨੇ ਇੱਕ ਵਾਰ ਫਿਰ ਮੱਕੜੀ ਦਾ ਪੂਰਾ ਸਾਮਰਾਜ ਤਬਾਹ ਕਰ ਦਿੱਤਾ, ਪੂਰਾ ਜਾਲਾ ਤਹਿਸ ਨਹਿਸ ਕਰ ਦਿੱਤਾ। ਮੱਕੜੀ ਇੱਕ ਵਾਰ ਆਪਣੀ ਜਾਨ ਬਚਾ ਕੇ ਭੱਜ ਗਈ। ਰਾਜਾ ਵੀ ਗੁਫਾ ਵਿੱਚੋਂ ਬਾਹਰ ਆ ਗਿਆ।
ਕੁਝ ਦੇਰ ਬਾਅਦ ਜਦੋਂ ਰਾਜਾ ਕਾਰਤਵੀਰ ਵਾਪਸ ਗੁਫਾ ਵਿੱਚ ਆਪਣੀ ਤਲਵਾਰ ਲੈਣ ਗਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਉਹੀ ਮੱਕੜੀ ਆਪਣੇ ਸਾਥੀ ਨਾਲ ਮਿਲ ਕੇ ਉਸ ਤੋਂ ਵੀ ਵੱਡਾ ਜਾਲ ਬਣਾਉਣ ਵਿੱਚ ਜੋਸ਼ ਖਰੋਸ਼ ਨਾਲ ਲੱਗੀ ਹੋਈ ਸੀ। ਇਹ ਦੇਖ ਕੇ ਸਿੰਧੂ ਦੀਪ ਦੇ ਰਾਜੇ ਨੂੰ ਕੁਝ ਸ਼ਰਮਿੰਦਗੀ ਅਤੇ ਆਤਮ ਗਿਲਾਨੀ ਮਹਿਸੂਸ ਹੋਈ। ਚਸ਼ਮੇ ਦਾ ਪਾਣੀ ਪੀਤਾ, ਘੋੜੇ ਨੂੰ ਵੀ ਪਿਲਾਇਆ, ਆਪਣੀ ਸੈਨਿਕ ਵਰਦੀ ਅਤੇ ਹਥਿਆਰ ਲੁਕੋ ਕੇ ਇੱਕ ਆਮ ਆਦਮੀ ਬਣ ਕੇ ਨਾਲ ਲੰਘਦੇ ਰਸਤੇ 'ਤੇ ਪਹੁੰਚਿਆ ਅਤੇ ਹੌਲੀ ਹੌਲੀ ਪਿੰਡ ਦੇ ਸੁਨਿਆਰੇ ਕੋਲ ਚਲਾ ਗਿਆ। ਸਿੰਧੂ ਦੀਪ ਰਾਜ ਦੀਆਂ ਕੁਝ ਮੋਹਰਾਂ ਦੇ ਕੇ ਇੱਕ ਨਵਾਂ ਸਿੱਕਾ ਤਿਆਰ ਕਰਵਾਇਆ। ਸੁਨਿਆਰੇ ਨਾਲ ਲੈਣ ਦੇਣ ਲਈ ਥੋੜ੍ਹਾ ਝਗੜਾ ਵੀ ਕੀਤਾ ਤਾਂ ਕਿ ਸੁਨਿਆਰ ਨੂੰ ਸ਼ੱਕ ਨਾ ਹੋ ਜਾਵੇ ਕਿ ਇਹ ਸਿੰਧੂ ਦੀਪ ਦਾ ਅਸਲੀ ਰਾਜਾ ਹੈ। ਸਿੱਕਾ ਲੈ ਕੇ ਹਨੇਰੇ ਵਿੱਚ ਜਦੋਂ ਰਾਜਾ ਕਾਰਤਵੀਰ ਉਸ ਗੁਫਾ ਦੇ ਨੇੜੇ ਆਇਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਮੱਕੜੀਆਂ ਨੇ ਦੁਬਾਰਾ ਆਪਣਾ ਸਾਮਰਾਜ ਕਾਇਮ ਕਰ ਲਿਆ ਸੀ, ਪਹਿਲਾਂ ਤੋਂ ਵੀ ਵੱਡਾ ਅਤੇ ਚੰਦਰਮਾ ਦੀਆਂ ਕਿਰਨਾਂ ਨਾਲ ਝਿਲਮਿਲ ਕਰ ਰਿਹਾ ਸੀ, ਜੋ ਕਿ ਕਾਰਤਵੀਰ ਸਿੰਧੂ ਲਈ ਇੱਕ ਸਬਕ ਸੀ। ਫਿਰ ਕੀ ਸੀ? ਘੋੜਾ ਤਿਆਰ ਕੀਤਾ, ਦੁਬਾਰਾ ਵਰਦੀ ਚਾੜ੍ਹ ਲਈ, ਤਲਵਾਰ ਹੱਥ ਵਿੱਚ ਫੜੀ। ਜਦੋਂ ਯੁੱਧ ਦੇ ਮੈਦਾਨ ਵਿੱਚ ਪਹੁੰਚਿਆ, ਸਹਾਇਕ ਸੈਨਾਪਤੀ ਵੀ ਜ਼ਖਮੀ ਸੀ। ਸੈਨਿਕ ਯੋਗ ਅਗਵਾਈ ਦੀ ਅਣਹੋਂਦ ਕਰਕੇ ਆਪਣੇ ਹੌਸਲੇ ਢਹਿ ਢੇਰੀ ਕਰੀ ਬੈਠੇ ਸਨ। ਕਾਰਤਵੀਰ ਸਿੰਧੂ ਨੇ ਆਪਣੇ ਸਿਪਾਹੀਆਂ ਨੂੰ ਯੁੱਧ ਦਾ ਮੈਦਾਨ ਛੱਡ ਕੇ 15-20 ਮੀਲ ਪਿੱਛੇ ਆਉਣ ਦਾ ਹੁਕਮ ਦੇ ਦਿੱਤਾ। ਸਾਰੇ ਸੈਨਿਕ ਪਿੱਛੇ ਹਟ ਗਏ। ਧਾੜਵੀਆਂ ਨੂੰ ਲੱਗਿਆ ਕਿ ਕਾਰਤਵੀਰ ਸਿੰਧੂ ਦੀ ਸੈਨਾ ਮੈਦਾਨ ਛੱਡ ਕੇ ਭੱਜ ਗਈ ਹੈ। ਉਹ ਆਪਣੀ ਅਧੂਰੀ ਜਿੱਤ 'ਤੇ ਖੁਸ਼ੀ ਮਨਾਉਣ ਲੱਗ ਪਏ। ਕਾਰਤਵੀਰ ਸਿੰਧੂ ਨੇ ਆਪਣਾ ਨਵਾਂ ਕੈਂਪ ਬਣਾਇਆ, ਜ਼ਖਮੀਆਂ ਦਾ ਇਲਾਜ ਕੀਤਾ। ਸਿੰਧੂ ਦੀਪ ਅਤੇ ਗੁਆਂਢੀ ਦੇਸ਼ਾਂ ਤੋਂ ਹੋਰ ਸੈਨਿਕ ਮੰਗਵਾਏ ਗਏ, ਪਰ ਇੱਕ ਵਾਰ ਹੋਈ ਹਾਰ ਕਾਰਨ ਸਾਰੇ ਸੈਨਿਕ ਯੋਧਿਆਂ ਦੇ ਹੌਸਲੇ ਪਸਤ ਹੋ ਚੁੱਕੇ ਸਨ। ਜੋਸ਼ ਨਾਂ ਦਾ ਜਜ਼ਬਾ ਨਜ਼ਰ ਹੀ ਨਹੀਂ ਆਉਂਦਾ ਸੀ। ਕਾਰਤਵੀਰ ਸਿੰਧੂ ਲਈ ਇਹ ਸਭ ਤੋਂ ਵੱਡੀ ਚੁਣੌਤੀ ਸੀ ਕਿ ਇਹਨਾਂ ਵਿੱਚ ਜੋਸ਼ ਕਿਵੇਂ ਪੈਦਾ ਕੀਤਾ ਜਾਵੇ। ਆਪਣਾ ਸਾਮਰਾਜ ਤਾਂ ਸਿਰਫ ਇੱਕ ਵਾਰ ਹੀ ਤਬਾਹ ਹੋਇਆ ਹੈ, ਮੱਕੜੀ ਵਾਲਾ ਜੋਸ਼ ਕਿਸ ਤਰ੍ਹਾਂ ਪੈਦਾ ਕੀਤਾ ਜਾਵੇ। ਕਾਰਤਵੀਰ ਇਸੇ ਉਧੇੜ ਬੁਣ ਵਿੱਚ ਲੱਗਿਆ ਹੋਇਆ ਸੀ। ਨਾਲ ਵਾਲੇ ਆਦੀਵਾਸੀ ਪਿੰਡ ਦੇ ਲੋਕ ਇਕੱਠੇ ਹੋ ਕੇ ਪਹਾੜ ਦੀ ਟੀਸੀ ਉੱਪਰ ਬਣੇ ਮੰਦਰ ਵਿੱਚ ਪੂਜਾ ਕਰਨ ਜਾ ਰਹੇ ਸੀ। ਰਾਜਾ ਵੀ ਭੇਸ ਬਦਲ ਕੇ ਉਹਨਾਂ ਦੀ ਟੋਲੀ ਵਿੱਚ ਮਿਲ ਗਿਆ। ਪਹਾੜ ਦੀ ਸਿਖਰ ਉੱਪਰ ਪਹੁੰਚ ਕੇ ਦੇਖਿਆ ਕਿ ਇੱਕ ਪੁਰਾਣਾ ਮੰਦਰ ਹੈ। ਉਸ ਦੇ ਅੰਦਰ ਇੱਕ ਪੱਥਰ ਦੀ ਸ਼ਿਲਾ ਹੈ, ਜਿਸ ਨੂੰ ਇਹ ਆਦੀਵਾਸੀ ਆਪਣਾ ਭਗਵਾਨ ਜਾਂ ਦੇਵਤਾ ਮੰਨਦੇ ਹਨ ਅਤੇ ਉਹਨਾਂ ਦੀ ਮਾਨਤਾ ਅਨੁਸਾਰ ਉਹਨਾਂ ਦੀਆਂ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਪੂਜਾ ਕਰਕੇ ਰਾਜਾ ਵੀ ਉਸ ਟੋਲੀ ਦੇ ਨਾਲ ਹੀ ਆਪਣੇ ਸੈਨਿਕ ਅੱਡੇ 'ਤੇ ਵਾਪਸ ਆ ਗਿਆ। ਸਾਰੇ ਮੁੱਖ ਅਹੁਦੇਦਾਰਾਂ ਦੀ ਇੱਕ ਮੀਟਿੰਗ ਬੁਲਾਈ। ਜ਼ਿਆਦਾ ਜ਼ਖਮੀਆਂ ਨੂੰ ਵੀ ਸਭਾ ਵਿੱਚ ਬੁਲਾਇਆ ਗਿਆ। ਕਾਰਤਵੀਰ ਸਿੰਧੂ ਨੇ ਜੋਸ਼ੀਲੀ ਤਕਰੀਰ ਕੀਤੀ ਕਿ ਜੇਕਰ ਆਪਾਂ ਹੁਣ ਲੜਾਈ ਦਾ ਮੈਦਾਨ ਛੱਡ ਕੇ ਭੱਜਦੇ ਹਾਂ ਤਾਂ ਇੱਕ ਤਾਂ ਆਪਣੇ ਬੱਚੇ, ਔਰਤਾਂ ਅਤੇ ਲੋਕਾਂ ਨੇ ਆਪਾਂ ਨੂੰ ਯੁੱਧ ਦੇ ਮੈਦਾਨ ਦੇ ਭਗੌੜੇ ਕਹਿਣਾ ਹੈ, ਜੋ ਕਿ ਲੜਾਈ ਦੇ ਮੈਦਾਨ ਦੀ ਮੌਤ ਨਾਲੋਂ ਜ਼ਿਆਦਾ ਭਿਆਨਕ ਮੌਤ ਹੋਵੇਗੀ। ਲੜਾਈ ਦੇ ਮੈਦਾਨ ਵਿੱਚ ਲੜਦੇ ਹੋਏ ਜੇਕਰ ਆਪਾਂ ਸ਼ਹੀਦ ਹੋ ਗਏ ਤਾਂ ਦੇਸ਼ ਕੌਮ ਦੇ ਹੀਰੇ ਅਤੇ ਯੋਧੇ ਕਹਿਲਾਵਾਂਗੇ। ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਯੋਧਿਆਂ ਦੇ ਵਾਰਸਾਂ ਦਾ ਸਨਮਾਨ ਮਿਲੇਗਾ। ਮੈਦਾਨ ਛੱਡ ਕੇ ਭੱਜਣ ਨਾਲ ਇਹ ਧਾੜਵੀ ਆਪਾਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਕੱਢ ਕੇ ਆਪਣੀਆਂ ਔਰਤਾਂ ਅਤੇ ਬੱਚਿਆਂ ਦੇ ਸਾਹਮਣੇ ਮਾਰਨਗੇ ਅਤੇ ਆਪਣੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਵੀ ਕਰਨਗੇ, ਉਹ ਵੀ ਸਾਰੇ ਸਮਾਜ ਦੇ ਸਾਹਮਣੇ। ਹਾਂ, ਮੌਤ ਦੋਨੋਂ ਪਾਸੇ ਹੈ। ਇੱਕ ਮੈਦਾਨ ਛੱਡ ਕੇ ਭੱਜਣ ਵਾਲੇ ਭਗੌੜੇ ਦੀ ਮੌਤ ਅਤੇ ਦੂਸਰੀ ਦੇਸ਼ ਅਤੇ ਕੌਮ ਦੀ ਰੱਖਿਆ ਕਰਦੇ ਹੋਏ ਸ਼ਹੀਦਾਂ ਵਾਲੀ ਮੌਤ। ਲੜਾਈ ਆਪਾਂ ਜਿੱਤ ਵੀ ਸਕਦੇ ਹਾਂ ਜੇਕਰ ਪਹਾੜੀ ਦੇ ਉੱਪਰ ਮੰਦਰ ਵਾਲਾ ਦੇਵਤਾ ਆਪਾਂ ਨੂੰ ਆਸ਼ੀਰਵਾਦ ਦੇ ਦੇਵੇ। ਦੁਸ਼ਮਣ ਨਾਲ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਮੰਦਰ ਵਾਲੇ ਦੇਵਤੇ ਤੋਂ ਫੈਸਲਾ ਜ਼ਰੂਰ ਕਰਵਾਵਾਂਗੇ ਕਿ ਸਾਨੂੰ ਲੜਨਾ ਚਾਹੀਦਾ ਹੈ ਜਾਂ ਭੱਜਣਾ ਚਾਹੀਦਾ ਹੈ। ਰਾਜਾ ਕਾਰਤਵੀਰ ਸਿੰਧੂ ਦੀ ਤਕਰੀਰ ਦਾ ਸਾਰੇ ਸੈਨਿਕਾਂ ਉੱਪਰ ਅਸਰ ਹੋਣ ਲੱਗਿਆ।
ਰਾਜੇ ਨੇ ਸੋਚਣ ਲਈ ਇੱਕ ਦਿਨ ਹੋਰ ਦੇ ਦਿੱਤਾ। ਦੁਬਾਰਾ ਫਿਰ ਵਿਚਾਰ ਚਰਚਾ ਸ਼ੁਰੂ ਹੋਈ ਕਿ ਦੇਵਤਾ ਯੁੱਧ ਲੜਨ ਜਾਂ ਨਾ ਲੜਨ ਦਾ ਫੈਸਲਾ ਕਿਵੇਂ ਕਰੇਗਾ। ਲੋਹਾ ਗਰਮ ਦੇਖ ਕੇ ਰਾਜਾ ਕਾਰਤਵੀਰ ਨੇ ਭਰੀ ਸਭਾ ਵਿੱਚ ਐਲਾਨ ਕੀਤਾ ਕਿ ਇਹ ਜੋ ਆਪਣੇ ਸਾਮਰਾਜ ਦੀ ਮੋਹਰ ਸਿੱਕਾ ਮੇਰੇ ਹੱਥ ਵਿੱਚ ਹੈ, ਮੰਦਰ ਵਿੱਚ ਦੇਵਤੇ ਦੀ ਪੂਜਾ ਤੋਂ ਬਾਅਦ ਇਸ ਨੂੰ ਹਵਾ ਵਿੱਚ ਉਛਾਲਿਆ ਜਾਵੇਗਾ। ਜੇਕਰ ਇਸ ਦਾ ਵੱਡੇ ਮਹਾਰਾਜ ਦੀ ਤਸਵੀਰ ਵਾਲਾ ਪਾਸਾ ਉੱਪਰ ਆਇਆ ਤਾਂ ਆਪਾਂ ਨੂੰ ਧਾੜਵੀਆਂ ਨਾਲ ਯੁੱਧ ਕਰਕੇ ਆਪਣੇ ਰਾਜ ਦਾ ਹਾਰਿਆ ਹੋਇਆ ਹਿੱਸਾ ਵਾਪਸ ਪ੍ਰਾਪਤ ਕਰਨਾ ਚਾਹੀਦਾ ਹੈ। ਫਿਰ ਆਪਾਂ ਨੂੰ ਯੁੱਧ ਵਿੱਚ ਕੋਈ ਨਹੀਂ ਹਰਾ ਸਕਦਾ। ਇਹ ਦੇਵਤੇ ਦਾ ਆਸ਼ੀਰਵਾਦ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਭ ਤੋਂ ਪਹਿਲਾਂ ਮੈਂ ਯੁੱਧ ਦਾ ਮੈਦਾਨ ਛੱਡ ਕੇ ਧਾੜਵੀਆਂ ਦੇ ਗੁਲਾਮ ਬਣਨ ਲਈ ਅਪੀਲ ਕਰਾਂਗਾ। ਇਸ ਐਲਾਨ ਨੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਕਿ ਦੇਵਤੇ ਦਾ ਫੈਸਲਾ ਜ਼ਰੂਰ ਹੀ ਦੇਖਣਾ ਚਾਹੀਦਾ ਹੈ। ਇਹ ਸੁਣ ਕੇ ਜੋ ਲੜਾਈ ਦੇ ਮੈਦਾਨ ਵਿੱਚੋਂ ਭੱਜਣ ਦੀ ਸੋਚ ਰਹੇ ਸਨ, ਦੇਵਤੇ ਦੇ ਫੈਸਲੇ ਦੀ ਉਡੀਕ ਕਰਨ ਲੱਗੇ। ਇੰਨੀ ਦੇਰ ਨੂੰ ਚਾਹ ਦੀ ਘੰਟੀ ਵੀ ਵੱਜ ਗਈ। ਕਹਾਣੀ ਕਾਫੀ ਦਿਲਚਸਪ ਸੀ। ਕਸ਼ਮੀਰਾ ਬੋਲਿਆ, ਹਰਨਾਮੇ ਬਾਈ ਰੁੱਖ, ਬਾਕੀ ਚਾਹ ਪੀ ਕੇ ਪੜਾਂਗੇ। ਮੈਂ ਜਾ ਕੇ ਚਾਹ ਲੈ ਕੇ ਆਉਣਾ। ਚਾਹ ਪੀਣ ਤੋਂ ਬਾਅਦ ਕਹਾਣੀ ਫਿਰ ਸ਼ੁਰੂ ਹੁੰਦੀ ਹੈ ਜੀ। ਅਗਲੇ ਦਿਨ ਸਵਖਤੇ ਰਾਜਾ ਕਾਰਤਵੀਰ ਸਿੰਧੂ ਨੇ ਆਪਣੇ ਸੈਨਾਪਤੀ, ਪ੍ਰਮੁੱਖ ਅਹੁਦੇਦਾਰਾਂ ਅਤੇ ਸੈਨਿਕਾਂ ਨੂੰ ਆਪਣੇ ਨਾਲ ਲੈ ਕੇ ਪਹਾੜੀ ਦੇ ਉੱਪਰ ਬਣੇ ਮੰਦਰ ਦੀ ਚੜ੍ਹਾਈ ਸ਼ੁਰੂ ਕਰ ਦਿੱਤੀ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮੰਦਰ ਪਹੁੰਚ ਗਏ। ਪੂਜਾ ਕੀਤੀ ਗਈ। ਦੇਵਤੇ ਤੋਂ ਆਸ਼ੀਰਵਾਦ ਲੈਣ ਦਾ ਵਕਤ ਆ ਗਿਆ। ਅਜੇ ਦਿਨ ਚੜ੍ਹਨ ਵਿੱਚ ਦੇਰ ਸੀ। ਸਿਲ ਪੱਥਰ ਮਹਾਰਾਜ ਦੀ ਜੈ ਦੇ ਜਕਾਰੇ ਛੱਡੇ ਗਏ। ਰਾਜੇ ਨੇ ਮਿੱਟੀ ਦੇ ਮੈਦਾਨ ਵਿੱਚ ਸਿੱਕਾ ਉਛਾਲ ਦਿੱਤਾ। ਵੱਡੇ ਮਹਾਰਾਜ ਦੀ ਤਸਵੀਰ ਸਿੱਕੇ ਦੇ ਉੱਪਰ ਦੇਖ ਕੇ ਸੈਨਿਕਾਂ ਦੇ ਜੋਸ਼ ਦਾ ਬੰਨ੍ਹ ਟੁੱਟ ਗਿਆ। ਰਾਜੇ ਨੂੰ ਕੰਧੇ ਉੱਪਰ ਉਠਾ ਕੇ ਹੇਠਾਂ ਸੈਨਿਕ ਪੰਡਾਲ ਵਿੱਚ ਲੈ ਕੇ ਆਏ। ਲੜਾਈ ਯੁੱਧ ਦੀਆਂ ਮਸ਼ਕਾਂ ਸ਼ੁਰੂ ਹੋਈਆਂ। ਸਾਰੇ ਸੈਨਿਕਾਂ ਨੂੰ ਨਵੇਂ ਹਥਿਆਰ ਅਤੇ ਘੋੜੇ ਦਿੱਤੇ ਗਏ। ਨਵੇਂ ਰੰਗਰੂਟ ਤਾਂ ਹਵਾ ਵਿੱਚ ਘੁਲਾਟੀਆਂ ਮਾਰ ਰਹੇ ਸਨ, ਕਿਉਂਕਿ ਦੇਵਤੇ ਦਾ ਆਸ਼ੀਰਵਾਦ ਉਹਨਾਂ ਦੇ ਨਾਲ ਸੀ। ਪੁਰਾਣੇ ਸੈਨਾਪਤੀ ਦੇ ਤਜਰਬੇ ਅਨੁਸਾਰ ਹੌਲੀ ਹੌਲੀ ਫੌਜਾਂ ਨੂੰ ਅੱਗੇ ਵਧਾਇਆ ਗਿਆ। ਸੂਝਾ ਰਿਪੋਰਟਾਂ ਦੱਸਦੀਆਂ ਸਨ ਕਿ ਧਾੜਵੀ ਜਿੱਤ ਦੇ ਜਸ਼ਨਾਂ ਵਿੱਚ ਰੁੱਝੇ ਹੋਏ ਹਨ। ਆਪਣੀਆਂ ਰੋਜ਼ਾਨਾ ਦੀਆਂ ਮਸ਼ਕਾਂ ਤੋਂ ਵੀ ਅਵਿਸਲੇ ਹੋਏ ਪਏ ਹਨ। ਲੁੱਟੇ ਹੋਏ ਮਾਲ ਨਾਲ ਐਸ਼ਪ੍ਰਸਤੀ ਵਿੱਚ ਮਗਨ ਹਨ। ਰਾਜਾ ਕਾਰਤਵੀਰ ਸਿੰਧੂ ਨੇ ਮੱਕੜੀ ਵਾਲੀ ਫੁਰਤੀ ਵਰਤੀ ਅਤੇ ਪੂਰੇ ਸੈਨਿਕ ਸਾਜੋ ਸਮਾਨ ਨੂੰ ਦੁਬਾਰਾ ਇਕੱਠਾ ਕਰਕੇ ਤਰਤੀਬਵਾਰ ਸੈਨਿਕਾਂ ਨੂੰ ਸੌਂਪ ਦਿੱਤਾ। ਜਦਕਿ ਅਜੇ ਵੀ ਕਾਰਤਵੀਰ ਦੀ ਫੌਜੀ ਤਾਕਤ ਧਾੜਵੀਆਂ ਦੀ ਤਾਕਤ ਦੇ ਅੱਧ ਤੋਂ ਵੀ ਘੱਟ ਸੀ, ਪਰ ਜੋਸ਼ ਕਿਤੇ ਜ਼ਿਆਦਾ ਸੀ। ਦੂਸਰਾ, ਦੇਵਤੇ ਦਾ ਆਸ਼ੀਰਵਾਦ। ਇੱਕ ਹਫ਼ਤੇ ਦੀ ਹੋਰ ਤਿਆਰੀ ਤੋਂ ਬਾਅਦ ਅਵਿਸਲੇ ਪਏ ਦੁਸ਼ਮਣ ਨੂੰ ਵੰਗਾਰਿਆ ਗਿਆ ਤਾਂ ਧਾੜਵੀਆਂ ਦੇ ਹੋਸ਼ ਟਿਕਾਣੇ ਆ ਗਏ ਅਤੇ 3 ਦਿਨਾਂ ਬਾਅਦ ਆਪਣਾ ਅਹਾਤਾ ਛੱਡ ਕੇ ਪਿੱਛੇ ਵੱਲ ਖਿਸਕਣਾ ਸ਼ੁਰੂ ਹੋ ਗਏ। ਸਿੰਧੂ ਦੀਪ ਦੇ ਸੈਨਿਕਾਂ ਦੀ ਬਹਾਦਰੀ ਦਾ ਜਲਵਾ ਵੇਖਣ ਵਾਲਾ ਸੀ ਕਿ ਉਹ ਜਿੱਤ ਲਈ ਨਹੀਂ, ਸਿਰਫ ਫੈਸਲੇ ਲਈ ਲੜ ਰਹੇ ਸਨ। ਜਿਉਂ ਹੀ ਟੱਕਰ ਬਰਾਬਰ ਹੁੰਦੀ ਲੱਗੀ, ਸੰਯੁਕਤ ਰਾਜਿਆਂ ਨੇ ਕਾਰਤਵੀਰ ਦੀ ਮਦਦ ਲਈ ਔਰਤਾਂ ਦੇ ਜਥੇ ਬਣਾ ਕੇ ਭੇਜ ਦਿੱਤੇ। ਉਹਨਾਂ ਨੇ ਵੀ ਦੇਵਤੇ ਦੇ ਆਸ਼ੀਰਵਾਦ ਨੂੰ ਮੰਨਦੇ ਹੋਏ ਰਣਭੂਮੀ ਵਿੱਚ ਆਪਣੇ ਜੌਹਰ ਵਿਖਾਏ। ਜਦੋਂ ਧਾੜਵੀਆਂ ਦੇ ਖੇਮੇ ਵਿੱਚ ਇਹ ਖਬਰ ਪਹੁੰਚੀ ਕਿ ਸਿੰਧੂ ਦੀਪ ਦਾ ਕੀ ਮਰਦ ਕੀ ਔਰਤ ਸਾਰੇ ਹੀ ਸੈਨਿਕ ਹਨ ਅਤੇ ਆਪਣੇ ਦੇਸ਼ ਦੀ ਰੱਖਿਆ ਬਖੂਬੀ ਕਰ ਸਕਦੇ ਹਨ, ਧਾੜਵੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਹ ਆਪਣੇ ਉਲਟੇ ਪੈਰੀਂ ਚੱਲਦੇ ਬਣੇ। ਕਾਰਤਵੀਰ ਸਿੰਧੂ ਨੇ ਆਪਣਾ ਹਾਰਿਆ ਹੋਇਆ ਇਲਾਕਾ ਤਾਂ ਧਾੜਵੀਆਂ ਤੋਂ ਆਜ਼ਾਦ ਕਰਵਾ ਹੀ ਲਿਆ, ਸਗੋਂ ਅਰਬ ਦੇਸ਼ ਵੱਲ ਵੀ ਚੜ੍ਹਾਈ ਕਰ ਦਿੱਤੀ ਅਤੇ ਸਿੰਧੂ ਪਰਬਤ ਦਾ ਸਾਰਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲਿਆ। ਆਪਣੇ ਮਿੱਤਰ ਰਾਜਿਆਂ ਨੂੰ ਵੀ ਆਪਣੇ ਰਾਜਾਂ ਦੇ ਵਿਕਾਸ ਲਈ ਪੂਰੀ ਸਹਾਇਤਾ ਕੀਤੀ। ਇਹ ਉਸ ਸਿੰਧੂ ਦੀਪ ਦੀ ਗੱਲ ਹੈ ਜਿੱਥੇ ਸਾਰੇ ਲੋਕ ਇਕੱਠੇ ਮਿਲ ਕੇ ਰਹਿੰਦੇ ਸੀ
ਅਤੇ ਇਨਸਾਨੀਅਤ ਦੇ ਧਰਮ ਨੂੰ ਮੰਨਦੇ ਸਨ। ਕੋਈ ਵੀ ਕਿਸੇ ਦਾ ਗੁਲਾਮ ਨਹੀਂ ਸੀ। ਸ਼ਹਿਰਾਂ ਦੀਆਂ ਸੜਕਾਂ ਇੱਕ ਦੂਜੀ ਨੂੰ ਸਮਕੋਣ 'ਤੇ ਮਿਲਦੀਆਂ ਸਨ। ਸੜਕਾਂ ਦੇ ਨਾਲ ਪਾਣੀ ਦੀਆਂ ਨਾਲੀਆਂ ਬਣੀਆਂ ਹੋਈਆਂ ਸਨ। ਪੀਣ ਵਾਲੇ ਪਾਣੀ ਲਈ ਖੂਹ ਸਨ। ਸ਼ਹਿਰਾਂ ਦੀਆਂ ਗਲੀਆਂ ਦੇ ਕੋਨਿਆਂ 'ਤੇ ਰਾਤ ਸਮੇਂ ਦੀਪਕ ਜਗਦੇ ਸਨ। ਵਧੇਰੇ ਮਕਾਨ ਪੱਕੀਆਂ ਇੱਟਾਂ ਦੇ ਬਣੇ ਹੋਏ ਸਨ। ਵੱਡੇ ਵੱਡੇ ਘਰ ਤਾਂ ਮਹਿਲਾਂ ਵਾਂਗ ਸਨ। ਵਿਚਕਾਰ ਪੱਕੀਆਂ ਇੱਟਾਂ ਦਾ ਵਿਹੜਾ ਹੁੰਦਾ ਸੀ। ਕਿਨਾਰਿਆਂ ਵੱਲ ਕਮਰੇ, ਦਰਵਾਜ਼ੇ ਅਤੇ ਖਿੜਕੀਆਂ ਹੁੰਦੀਆਂ ਸਨ। ਮੁੱਖ ਦਰਵਾਜ਼ਾ ਸੜਕ ਵੱਲ ਖੁੱਲ੍ਹਦਾ ਸੀ। ਹਰ ਘਰ ਵਿੱਚ ਗੁਸਲਖਾਨਾ ਬਣਿਆ ਹੁੰਦਾ ਸੀ। ਲੋਕ ਕਣਕ ਅਤੇ ਜੌਂ ਦੀ ਖੇਤੀ ਕਰਦੇ ਸਨ। ਉਹ ਸੂਤੀ ਅਤੇ ਉੱਨੀ ਕੱਪੜੇ ਪਹਿਨਦੇ ਸਨ। ਇਸਤਰੀਆਂ ਅਤੇ ਮਰਦਾਂ ਨੂੰ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨਾਲ ਪ੍ਰੇਮ ਸੀ। ਉਹਨਾਂ ਕੋਲ ਲੜਨ ਲਈ ਤਾਂਬੇ, ਪਿੱਤਲ ਅਤੇ ਲੋਹੇ ਦੇ ਫਰਸ਼ੇ ਭਾਲੇ ਕਟਾਰ, ਤਲਵਾਰ ਅਤੇ ਧਨੁਸ਼-ਬਾਣ ਵੀ ਸਨ। ਇੱਥੋਂ ਦੇ ਲੋਕ ਜਹਾਜ਼ ਬਣਾਇਆ ਕਰਦੇ ਸਨ ਅਤੇ ਇਹਨਾਂ ਜਹਾਜ਼ਾਂ ਰਾਹੀਂ ਬਾਹਰਲੇ ਦੇਸ਼ਾਂ ਨਾਲ ਵਪਾਰ ਕਰਦੇ ਸੀ। ਨਿਸਵਾਰਥ ਭਾਵਨਾ ਨਾਲ ਰਾਜ ਚਲਾਉਂਦੇ ਹੋਏ ਭਾਰਤ ਵਰਸ਼ ਵਿੱਚ ਸ਼ਾਇਦ ਇਹ ਹੀ ਸੁਨਹਿਰੀ ਯੁੱਗ ਸੀ। ਆਰੀਆਂ ਦੇ ਆਉਣ ਤੋਂ ਪਹਿਲਾਂ ਕਾਰਤਵੀਰ ਸਿੰਧੂ ਨੇ ਆਪਣੇ ਰਾਜ ਭਾਗ ਦਾ ਭਾਰ ਆਪਣੇ ਪੁੱਤਰ ਨੂੰ ਦੇ ਕੇ ਆਪ ਆਪਣੇ ਸੈਨਾਪਤੀ ਨਾਲ ਉਸੇ ਇਕਾਂਤਵਾਸ ਵਿੱਚ ਚਲੇ ਗਏ ਜਿੱਥੇ ਮੱਕੜੀ ਦੇ ਜਾਲ ਬਣਾਉਣ ਵਾਲੀ ਘਟਨਾ ਘਟੀ ਸੀ। ਗੁਫਾ ਦੇ ਨੇੜੇ ਹੀ ਆਪਣੇ ਰਹਿਣ ਲਈ ਰੈਣ ਬਸੇਰਾ ਬਣਾ ਲਿਆ। ਸੈਨਾਪਤੀ ਨੇ ਜਿੱਦ ਕੀਤੀ ਕਿ ਹੇ ਰਾਜਨ, ਜ਼ਿੰਦਗੀ ਦੇ ਢਲਦੇ ਦਿਨਾਂ ਵਿੱਚ ਅੰਤਮ ਸਮਾਂ ਬਿਤਾਉਣ ਲਈ ਆਪ ਲੱਕੜੀ ਦੀ ਗੁਫਾ ਕੋਲ ਡੇਰਾ ਕਿਉਂ ਲਾਇਆ ਹੈ? ਪਹਾੜ ਵਾਲੇ ਉੱਚੇ ਮੰਦਰ ਵਾਲੇ ਦੇਵਤੇ ਕੋਲ ਕਿਉਂ ਨਹੀਂ, ਜਿਸ ਦੇਵਤੇ ਨੇ ਆਪਣੇ ਆਸ਼ੀਰਵਾਦ ਸਦਕਾ ਆਪ ਨੂੰ ਆਪਣਾ ਹਾਰਿਆ ਇਲਾਕਾ ਮੁੜ ਜਿਤਵਾ ਦਿੱਤਾ? ਰਾਜੇ ਨੇ ਕਿਹਾ, ਮਜ਼ਬੂਤ ਇਰਾਦਾ ਹੀ ਦੇਵਤੇ ਦਾ ਆਸ਼ੀਰਵਾਦ ਸੀ ਜੋ ਮੱਕੜੀ ਕੋਲੋਂ ਮਿਲਿਆ। ਦੇਵਤੇ ਦਾ ਆਸ਼ੀਰਵਾਦ ਸੈਨਿਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਜ਼ਰੂਰੀ ਸੀ। ਆਪਣੀ ਉਮਰ ਦੇ ਆਖਰੀ ਦਿਨਾਂ ਵਿੱਚ ਵੈਦਾਂ ਨੇ ਰਾਜੇ ਦੀ ਸਿਹਤ ਸੁਧਾਰਨ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ, ਪਰ ਰਾਜੇ ਦੇ ਚਿਹਰੇ 'ਤੇ ਬਿਲਕੁਲ ਵੀ ਕੋਈ ਸ਼ਿਕਵਾ ਨਹੀਂ ਸੀ। ਸਗੋਂ ਇੱਕ ਬੁਝਾਰਤ ਦੀ ਤਰ੍ਹਾਂ ਸਭ ਨੂੰ ਹੌਸਲਾ ਦਿੰਦੇ, ਪੱਕਾ ਇਰਾਦਾ ਅਤੇ ਸਖਤ ਮਿਹਨਤ ਕਰਨ ਦੀ ਸਿੱਖਿਆ ਦਿੰਦੇ ਉਹ ਇਸ ਜਹਾਨ ਵਿੱਚੋਂ ਚਲੇ ਗਏ। ਆਖਰੀ ਰਸਮਾਂ ਪੂਰੀਆਂ ਕਰਨ ਵੇਲੇ ਹੀ ਇਸ ਬੁਝਾਰਤ ਤੋਂ ਪਰਦਾ ਉੱਠਿਆ ਕਿ ਰਾਜਾ ਕਾਰਤਵੀਰ ਸਿੰਧੂ ਆਖਰੀ ਦਿਨਾਂ ਵਿੱਚ ਪਹਾੜੀ ਮੰਦਰ ਕਿਉਂ ਨਹੀਂ ਗਏ। ਜਦੋਂ ਰਾਜੇ ਦੀ ਅਚਕਨ ਦੇ ਅੰਦਰ ਵਾਲੀ ਜੇਬ ਵਿੱਚੋਂ ਉਹ ਵੱਡੇ ਮਹਾਰਾਜ ਦੀ ਤਸਵੀਰ ਵਾਲਾ ਸਿੱਕਾ ਮਿਲਿਆ, ਜਿਸ ਦੇ ਦੋਵੇਂ ਪਾਸੇ ਮਹਾਰਾਜ ਦੀ ਤਸਵੀਰ ਸੀ। ਰਾਜੇ ਕਾਰਤਵੀਰ ਲਈ ਮੱਕੜੀ ਦੀ ਸਿੱਖਿਆ ਹੀ ਕਾਫੀ ਸੀ। ਪਹਾੜੀ ਮੰਦਰ ਵਾਲੇ ਦੇਵਤੇ ਦਾ ਆਸ਼ੀਰਵਾਦ ਤਾਂ ਸੈਨਿਕਾਂ ਵਿੱਚ ਜੋਸ਼ ਭਰਨ ਲਈ ਇੱਕ ਨੁਸਖਾ ਸੀ ਜੋ ਰਾਜਾ ਸਿੰਧੂਦੀਪ ਨੇ ਆਪਣੇ ਫੌਜੀ ਕੌਸ਼ਲ ਨਾਲ ਬਖੂਬੀ ਨਿਭਾਇਆ। ਧੰਨਵਾਦ ਜੀ। ਬੇਨਤੀ ਹੈ ਜੀ, ਚੜ੍ਹਦਾ ਪੰਜਾਬ YouTube ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨ ਨਾਲ ਮੇਰਾ ਹੌਸਲਾ ਹੋਰ ਵਧੇਗਾ ਜੀ। ਧੰਨਵਾਦ ਜੀ।